23 ਜੂਨ 1984 ਇੰਦਰਾ ਗਾਂਧੀ ਨੂੰ ਅਕਾਲ ਤਖ਼ਤ ਦੀ ਮਹੱਤਤਾ ਦਾ ਪਤਾ ਨਹੀਂ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਅੱਜ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਏ ਹਨ। ਪੰਜਾਬ ਦੇ ਗਵਰਨਰ ਸ੍ਰੀ ਬੀ.ਡੀ. ਪਾਂਡੇ, ਕੇਂਦਰੀ ਮੰਤਰੀ ਬੂਟਾ ਸਿੰਘ, ਪੱਛਮੀ ਕਮਾਂਡ ਦੇ GOC ਲੈਫਟੀਨੈਂਟ ਜਨਰਲ ਸੁੰਦਰ ਜੀ, ਲੈਫਟੀਨੈਂਟ ਜਨਰਲ ਰਣਜੀਤ ਸਿੰਘ ਦਿਆਲ, ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਰਘੁਨੰਦਨ ਲਾਲ ਭਾਟੀਆ ਵੀ ਉਹਨਾਂ ਨਾਲ ਆਏ ਹਨ। ਸਾਰੇ ਰਸਤੇ ਵਿਸ਼ੇਸ਼ ਕਰਕੇ ਹਾਲ ਗੇਟ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸੜਕ ਦੇ ਦੋਵੇਂ ਪਾਸੇ ਸੁਰੱਖਿਆ ਫੌਜਾਂ ਦੇ ਜਵਾਨ ਖੜੇ ਸਨ। ਕਈ ਥਾਵਾਂ ਤੇ ਘਰਾਂ ਦੀਆਂ ਛੱਤਾਂ ਤੇ ਵੀ ਜਵਾਨ ਤੈਨਾਤ ਸਨ। ਹਾਲ ਬਾਜ਼ਾਰ ਵਿੱਚ ਬਹੁਤ ਸਾਰੇ ਲੋਕ ਵੀ ਸੜਕ ਦੇ ਦੋਵੇਂ ਪਾਸੇ ਦਰਸ਼ਨ ਕਰਨ ਲਈ ਖੜੇ ਸਨ। ਮੈਨੂੰ ਯਾਦ ਆਇਆ, ਇਸ ਤੋਂ ਪਹਿਲਾਂ ਉਹ ਜਨਵਰੀ 1980 ਦੀਆਂ ਲੋਕ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਏ ਸਨ। ਮੈਂ ਆਪਣੇ ਘਰੋਂ ਵੇਖਿਆ ਸੀ ਕਿ ਉਹ ਇੱਕ ਆਮ ਸ਼ਰਧਾਲੂ ਵਾਂਗ ਕੁਝ ਕਾਂਗਰਸੀ ਲੀਡਰਾਂ ਨਾਲ ਮੱਥਾ ਟੇਕਣ ਗਏ ਸਨ। ਬਾਹਰ ਵੀ ਸੁਰੱਖਿਆ ਦਾ ਕੋਈ ਖਾਸ ਪ੍ਰਬੰਧ ਨਹੀਂ ਸੀ। ਕਿੰਨਾ ਫਰਕ ਹੈ ਉਸ ਅਤੇ ਇਸ ਯਾਤਰਾ ਵਿੱਚ। ਸਾਰੇ ਸਿੰਘ ਸਾਹਿਬਾਨ ਇੱਥੇ ਹਨ, ਪਰ ਉਹਨਾਂ ਨੇ ਪ੍ਰਧਾਨ ਮੰਤਰੀ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ। ਪਰ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸਾਹਿਬ ਸਿੰਘ ਉਸ ਸਮੇਂ ਆਪਣੀ ਡਿਊਟੀ ਤੇ ਹਾਜ਼ਰ ਸਨ। ਸ਼੍ਰੋਮਣੀ ਕਮੇਟੀ ਨੇ ਇੱਕ ਪ੍ਰੈਸ ਬਿਆਨ ਵਿੱਚ ਦੱਸਿਆ ਹੈ ਕਿ ਕੇਂਦਰ ਵੱਲੋਂ ਆਪਣੀ ਫੌਜ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਦਾ ਪੰਥ ਅੰਦਰ ਜੋ ਗੁੱਸਾ ਅਤੇ ਰੋਸ ਹੈ, ਉਸ ਦਾ ਪ੍ਰਗਟਾਵਾ ਕਰਨ ਲਈ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ ਵੱਲੋਂ ਸਿਰਪਾਓ ਬਖਸ਼ਿਸ਼ ਨਹੀਂ ਕੀਤਾ ਗਿਆ। ਪ੍ਰੈਸ ਨੋਟ ਅਨੁਸਾਰ ਸਰਕਾਰੀ ਅਧਿਕਾਰੀਆਂ ਨੇ ਬਾਬਾ ਖੜਕ ਸਿੰਘ ਜੀ ਨੂੰ ਬੇਨਤੀ ਕੀਤੀ ਸੀ ਕਿ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਸ੍ਰੀ ਦਰਬਾਰ ਸਾਹਿਬ ਆਉਣ, ਪਰ ਬਾਬਾ ਜੀ ਨੇ ਵੀ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਸਰਕਾਰੀ ਅਧਿਕਾਰੀਆਂ ਨੇ ਉਹਨਾਂ ਨੂੰ ਪੁੱਛਿਆ ਕਿ ਪ੍ਰਧਾਨ ਮੰਤਰੀ ਜੀ ਤੁਹਾਨੂੰ ਤੁਹਾਡੇ ਡੇਰੇ ਆ ਕੇ ਮਿਲਣਾ ਚਾਹੁੰਦੇ ਹਨ, ਤਾਂ ਉਹਨਾਂ ਕਿਹਾ ਪੰਥ ਦੇ ਹੁਕਮ ਅਨੁਸਾਰ ਕੋਈ ਮੁਲਾਕਾਤ ਕਰਨ ਲਈ ਤਿਆਰ ਨਹੀਂ, ਕਿਉਂ ਜੋ ਦਰਬਾਰ ਸਾਹਿਬ ਕੰਪਲੈਕਸ ਅੰਦਰ ਨਿਹੱਥੇ ਅਤੇ ਬੇਗੁਨਾਹ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1000 ਤੋਂ ਵੱਧ ਪਾਵਨ ਸਰੂਪ ਅਗਨ ਭੇਟ ਹੋ ਗਏ। ਇਹ ਸਭ ਕੁਝ ਲਈ ਤੇ ਗੁਰੂ ਪੰਥ ਉੱਪਰ ਜੋ ਸੰਕਟ ਤੇ ਵਿਪਤਾ ਦੇ ਪਹਾੜ ਟੁੱਟੇ ਹਨ, ਇਹਨਾਂ ਸਭਨਾਂ ਲਈ ਪ੍ਰਧਾਨ ਮੰਤਰੀ ਜ਼ਿੰਮੇਵਾਰ ਹਨ। ਇਸ ਲਈ ਉਹਨਾਂ ਨੂੰ ਮਿਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸ਼੍ਰੀਮਤੀ ਇੰਦਰਾ ਗਾਂਧੀ ਨੇ ਮੱਥਾ ਟੇਕਣ ਉਪਰੰਤ 10 ਕੁ ਮਿੰਟ ਸ਼ਬਦ ਕੀਰਤਨ ਸੁਣਿਆ। ਗਿਆਨੀ ਸਾਹਿਬ ਸਿੰਘ ਨੇ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਇਮਾਰਤ ਤੇ ਲੱਗੀਆਂ ਗੋਲੀਆਂ ਦਿਖਾਈਆਂ। ਰੇਡੀਓ ਅਤੇ ਦੂਰਦਰਸ਼ਨ ਤੋਂ ਹਰ ਰੋਜ਼ ਝੂਠਾ ਪ੍ਰੋਪੇਗੈਂਡਾ ਹੁੰਦਾ ਸੀ ਕਿ ਦਰਬਾਰ ਸਾਹਿਬ ਬਿਲਕੁਲ ਠੀਕ ਹੈ, ਕੋਈ ਗੋਲੀ ਨਹੀਂ ਲੱਗੀ। ਗਿਆਨੀ ਸਾਹਿਬ ਸਿੰਘ ਉਹਨਾਂ ਨੂੰ ਉੱਪਰ ਲਿਜਾ ਕੇ ਨਿਸ਼ਾਨ ਵਿਖਾਉਣਾ ਚਾਹੁੰਦੇ ਸਨ, ਪਰ ਫੌਜੀ ਜਰਨੈਲ ਨਾ ਮੰਨੇ। ਹੇਠਾਂ ਤੋਂ ਉੱਪਰ ਨੂੰ ਪੌੜੀਆਂ ਚੜ੍ਹਨ ਵਾਲੀ ਥਾਂ ਵੀ ਇੱਕ ਗੋਲੀ ਲੱਗੀ ਸੀ। ਜਦੋਂ ਇਹ ਗੋਲੀ ਵਿਖਾਈ ਤਾਂ ਫੌਜੀ ਜਰਨੈਲ ਕਹਿਣ ਲੱਗੇ, ਇਹ ਸਾਡੀ ਗੋਲੀ ਨਹੀਂ ਹੈ। ਇਸ ਤੇ ਗਿਆਨੀ ਸਾਹਿਬ ਸਿੰਘ ਨੇ ਕਿਹਾ, ਤਾਂ ਫਿਰ ਇਹ ਗੋਲੀ ਮੈਂ ਚਲਾਈ ਹੋਵੇਗੀ। ਇਸ ਤੇ ਫੌਜੀ ਜਰਨੈਲ ਚੁੱਪ ਕਰ ਗਏ। ਸ਼੍ਰੀਮਤੀ ਇੰਦਰਾ ਗਾਂਧੀ ਨਾਲ ਦਰਸ਼ਨੀ ਡਿਉੜੀ ਤੱਕ ਆਉਂਦਿਆਂ ਸਿੰਘ ਸਾਹਿਬ ਨੇ ਉਹਨਾਂ ਨੂੰ ਦਰਸ਼ਨੀ ਡਿਉੜੀ ਵਿੱਚ ਲੱਗੇ ਤੋਪਾਂ ਦੇ ਗੋਲੇ ਵਿਖਾਏ ਅਤੇ ਦੱਸਿਆ, ਇੱਥੇ ਸਾਡਾ ਤੋਸ਼ਾਖਾਨਾ ਹੈ, ਇੱਥੇ ਤਾਂ ਅੱਤਵਾਦੀ ਨਹੀਂ ਸਨ, ਤੋਪਾਂ ਨਾਲ ਕਿਉਂ ਇੱਥੇ ਗੋਲੇ ਸੁੱਟੇ ਗਏ ਹਨ। ਸ਼੍ਰੀਮਤੀ ਗਾਂਧੀ ਨੂੰ ਉਸ ਸਮੇਂ ਤੱਕ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹੱਤਤਾ ਦਾ ਪਤਾ ਨਹੀਂ ਸੀ ਕਿ ਇਹ ਸਿੱਖਾਂ ਦੀ ਸੁਪਰੀਮ ਅਥਾਰਟੀ ਹੈ। ਗਿਆਨੀ ਸਾਹਿਬ ਸਿੰਘ ਨੂੰ ਪੁੱਛਣ ਲੱਗੇ, ਮੁਝੇ ਅਕਾਲ ਤਖ਼ਤ ਸਾਹਿਬ ਕੀ ਇੰਪੋਰਟੈਂਸ ਬਤਾਓ। ਸਿੰਘ ਸਾਹਿਬਾਨ ਨੇ ਦੱਸਿਆ ਕਿ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਮੁਗਲ ਬਾਦਸ਼ਾਹ ਦੇ ਮੁਕਾਬਲੇ ਤੇ ਬਣਾਇਆ ਸੀ। ਗੁਰੂ ਸਾਹਿਬ ਇਥੋਂ ਹੁਕਮਨਾਮੇ ਜਾਰੀ ਕਰਿਆ ਕਰਦੇ ਸਨ। ਕੋਈ ਵੀ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਜਾਂ ਆਦੇਸ਼ ਦੀ ਉਲੰਘਣਾ ਨਹੀਂ ਕਰ ਸਕਦਾ। ਇਥੋਂ ਤੱਕ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਇੱਥੇ ਤਲਬ ਕੀਤਾ ਗਿਆ ਤਾਂ ਉਸਨੇ ਬੜੀ ਹੀ ਨਿਮਰਤਾ ਸਹਿਤ ਆਪਣੇ ਆਪ ਨੂੰ ਪੇਸ਼ ਕੀਤਾ। ਜੋ ਸਜ਼ਾ ਸੁਣਾਈ ਉਹ ਬਿਨਾਂ ਕਿਸੇ ਕਿੰਤੂ ਪਰੰਤੂ ਦੇ ਪ੍ਰਵਾਨ ਕੀਤੀ। ਸਿੰਘ ਸਾਹਿਬ ਨੇ ਦੱਸਿਆ, ਅਹਿਮਦ ਸ਼ਾਹ ਅਬਦਾਲੀ ਨੇ ਵੀ
ਜਦੋਂ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ, ਸ੍ਰੀ ਅਕਾਲ ਤਖਤ ਸਾਹਿਬ ਤਬਾਹ ਨਹੀਂ ਕੀਤਾ ਸੀ, ਭਾਵੇਂ ਉਸ ਸਮੇਂ ਉੱਪਰਲੀਆਂ 3 ਮੰਜ਼ਲਾਂ ਨਹੀਂ ਸਨ ਜੋ ਸਿੱਖ ਰਾਜ ਸਮੇਂ ਉਸਾਰੀਆਂ ਗਈਆਂ, ਪਰ ਹੁਣ ਤਾਂ ਸਾਡੇ ਆਜ਼ਾਦ ਦੇਸ਼ ਦੀ ਸਰਕਾਰ ਨੇ ਤੁਹਾਡੇ ਹੁਕਮ ਨਾਲ ਤੁਹਾਡੀਆਂ ਫੌਜਾਂ ਨੇ ਢਹਿ ਢੇਰੀ ਕਰ ਦਿੱਤਾ है। जहां आतंकवादी छिपे हुए थे उन्होंने जहां किला बना लिया था। श्रीमती गांधी ने जवाब दिता। इस ते सिंह साहब ने अगों पुछया, बाकी 35 गुरुद्वारियां विच तां आतंकवादी नहीं सन, उत्थे फौजी हमला क्यों कीता है? सिंह साहब ने उन्हां नूं दस्सिया कि तेजा सिंह समुंदरी हाल ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਕੰਪਲੈਕਸ ਤੇ ਪੂਰਾ ਕਬਜ਼ਾ ਕਰਨ ਪਿੱਛੋਂ ਫੌਜ ਨੇ 7 ਜੂਨ ਨੂੰ ਸਾੜੇ ਹਨ। ਕਈ ਸਾਲਾਂ ਦਾ ਰਿਕਾਰਡ ਅਤੇ ਸਿੱਖ ਕੌਮ ਦਾ ਮਹਾਨ ਵਿਰਸਾ ਸਾੜ ਕੇ ਸੁਆਹ ਕਰ ਦਿੱਤਾ ਗਿਆ ਹੈ। ਫੌਜੀ ਜਰਨੈਲ ਗੱਲਾਂ ਵਿੱਚ ਟੋਕਾ ਟੋਕੀ ਕਰ ਰਹੇ ਸਨ। ਸਿੰਘ ਸਾਹਿਬਾਨ ਨੇ ਸ੍ਰੀਮਤੀ ਗਾਂਧੀ ਨੂੰ ਕਿਹਾ, ਪਹਿਲਾਂ ਇਹਨਾਂ ਨੂੰ ਬਾਹਰ ਭੇਜੋ, ਮੈਂ ਤਾਂ ਗੱਲ ਕਰਾਂਗਾ। ਸ੍ਰੀਮਤੀ ਗਾਂਧੀ ਨੇ ਉਹਨਾਂ ਨੂੰ ਆਪ ਜਾਈਏ ਕਹਿ ਕੇ ਜਰਾ ਕੁ ਪਰੇ ਕਰ ਦਿੱਤਾ ਅਤੇ ਪ੍ਰਕਰਮਾਂ ਦੇ ਬਰਾਂਡੇ ਵਿੱਚ, ਜਿੱਥੇ ਕਿ ਹਰ ਰੋਜ਼ ਅੰਮ੍ਰਿਤ ਵੇਲੇ ਉਸ ਦਿਨ ਦਾ ਹੁਕਮਨਾਮਾ ਲਿਖਿਆ ਜਾਂਦਾ ਹੈ, ਲਾਗੇ ਖੜੋ ਕੇ ਗੱਲਾਂ ਕਰਨ ਲੱਗੇ। ਗਵਰਨਰ ਸ੍ਰੀ ਪਾਂਡੇ ਅਤੇ ਸ੍ਰੀ ਭਾਟੀਆ ਇਹਨਾਂ ਦੇ ਲਾਗੇ ਹੀ ਜਰਾ ਕੁ ਪਰਾਂ ਖੜੇ ਸਨ। ਥਾਂ ਥਾਂ ਤੇ ਲੱਗੇ ਨੋ ਸਮੋਕਿੰਗ, ਸਿਗਰਟ ਅਤੇ ਸ਼ਰਾਬ ਪੀਣ ਦੀ ਮਨਾਹੀ ਦੇ ਬੋਰਡਾਂ ਵੱਲ ਇਸ਼ਾਰਾ ਕਰਦਿਆਂ ਸਿੰਘ ਸਾਹਿਬ ਨੇ ਕਿਹਾ, ਭਾਰਤ ਵਿੱਚ ਕਿਹੜਾ ਹਿੰਦੂ ਨਹੀਂ ਜਾਣਦਾ ਕਿ ਗੁਰਦੁਆਰਾ ਸਾਹਿਬ ਵਿੱਚ ਤਮਾਕੂ ਆਦਿ ਪੀਣ ਦੀ ਮਨਾਹੀ ਹੈ। ਫਿਰ ਸਾਡੀ ਫੌਜ ਨੂੰ ਤਾਂ ਇਸ ਬਾਰੇ ਪੂਰੀ ਜਾਣਕਾਰੀ ਹੈ। ਫੌਜੀ ਇੱਥੇ ਬੂਟਾਂ ਸਮੇਤ ਫਿਰਦੇ ਸ਼ਰਾਬ ਪੀਂਦੇ ਰਹੇ ਹਨ, ਪਵਿੱਤਰ ਸਰੋਵਰ ਦੇ ਜਲ ਨਾਲ ਕੱਪੜੇ ਧੋਂਦੇ ਰਹੇ ਹਨ। ਜਦੋਂ ਇੱਥੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਆਏ ਸਨ, ਮੈਂ ਉਹਨਾਂ ਦੇ ਨੋਟਿਸ ਵਿੱਚ ਇਹ ਕੁਰੈਤਾਂ ਲਿਆਂਦੀਆਂ ਸਨ ਅਤੇ ਉਹਨਾਂ ਦੇ ਹੁਕਮ ਕਰਨ ਤੇ ਇਹ ਬੋਰਡ ਲੱਗੇ ਹਨ। ਤੁਹਾਡੇ ਪਾਸ ਜ਼ੁਲਮਾਂ ਸੰਬੰਧੀ ਸਹੀ ਰਿਪੋਰਟ ਨਹੀਂ ਪੁੱਜੀ। ਤੁਹਾਡੀ ਫੌਜ ਨੇ ਮੁਗਲਾਂ ਤੋਂ ਵੀ ਵੱਧ ਜ਼ੁਲਮ ਕੀਤੇ ਹਨ। ਉਹ ਤਾਂ ਵਿਦੇਸ਼ੀ ਧਾੜਵੀ ਸਨ, ਪਰ ਹੁਣ ਤਾਂ ਸਾਡੇ ਦੇਸ਼ ਦੇ ਲੋਕਾਂ ਦੀ ਆਪਣੀ ਸਰਕਾਰ ਹੈ। ਸਿੰਘ ਸਾਹਿਬ ਨੇ ਕਿਹਾ ਕਿ ਜੇ ਵਿਦੇਸ਼ੀ ਫੌਜ ਹੁੰਦੀ ਸ਼ਾਇਦ ਸਾਨੂੰ ਇਤਨਾ ਦੁੱਖ ਨਾ ਹੁੰਦਾ। ਇਹ ਸਾਡੀ ਆਪਣੀ ਫੌਜ ਹੈ ਅਤੇ ਅਸੀਂ ਇਸ ਦੇਸ਼ ਦੇ ਨਾਗਰਿਕ ਹਾਂ। ਦੇਸ਼ ਦੀ ਆਜ਼ਾਦੀ ਲਈ ਅਤੇ ਪਿੱਛੋਂ ਇਸ ਦੀ ਅਖੰਡਤਾ ਲਈ ਮਹਾਨ ਕੁਰਬਾਨੀਆਂ ਕੀਤੀਆਂ ਹਨ। ਇਸ ਬਹਾਦਰ ਕੌਮ ਨਾਲ ਸਲੂਕ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਕੀਤਾ ਜਾਂਦਾ ਹੈ। ਸਿੱਖ ਹਮੇਸ਼ਾ ਦੇਸ਼ ਭਗਤ ਅਤੇ ਦੇਸ਼ ਦੇ ਵਫਾਦਾਰ ਰਹੇ ਹਨ। ਉਹਨਾਂ ਨਾਲ ਅਜਿਹਾ ਸਲੂਕ ਕਰਕੇ ਉਹਨਾਂ ਦੇ ਹਿਰਦੇ ਛਲਣੀ ਕਰ ਦਿੱਤੇ ਹਨ। ਅਬ ਕਿਆ ਹੋ ਸਕਦਾ ਹੈ? ਸ਼੍ਰੀਮਤੀ ਗਾਂਧੀ ਨੇ ਪੁੱਛਿਆ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਫੌਜ ਫੌਰਨ ਵਾਪਸ ਬੁਲਾ ਲਓ, ਸਿੰਘ ਸਾਹਿਬ ਨੇ ਜ਼ੋਰ ਦਿੱਤਾ। ਜੇ तो मुश्किल होगा, जर्नैल नहीं मानते हैं। जे सब देख कर सिखों के जज्बात भड़केंगे। श्रीमती गांधी ने अपनी मजबूरी दसी। ਗਿਆਨੀ ਸਾਹਿਬ ਸਿੰਘ ਨੇ ਸਲਾਹ ਦਿੱਤੀ ਕਿ ਫਿਲਹਾਲ ਸਵੇਰ ਅਤੇ ਸ਼ਾਮ ਕੁਝ ਘੰਟਿਆਂ ਲਈ ਸੰਗਤ ਦੇ ਦਰਸ਼ਨਾਂ ਵਾਸਤੇ ਸ੍ਰੀ ਦਰਬਾਰ ਸਾਹਿਬ ਖੋਲ੍ਹਿਆ ਜਾਏ। श्रीमती गांधी ਨੇ ਦੱਸਿਆ ਕਿ ਉਹ ਹੁਣੇ ਜਰਨੈਲਾਂ ਨਾਲ ਗੱਲ ਕਰਨਗੇ, ਮੈਨੂੰ 2 ਦਿਨ ਦਾ ਹੋਰ ਸਮਾਂ ਦਿਓ। ਸਿੰਘ ਸਾਹਿਬ ਨੇ ਸ਼੍ਰੀਮਤੀ ਗਾਂਧੀ ਨੂੰ ਕਿਹਾ ਕਿ ਸਾਰੇ 4 ਦੀਵਾਰੀ ਵਾਲੇ ਸ਼ਹਿਰ ਨੂੰ ਪਵਿੱਤਰ ਨਗਰੀ ਦਾ ਦਰਜਾ ਦਿੱਤਾ ਜਾਏ। ਤੁਸੀਂ ਖੁਦ ਕੰਪਲੈਕਸ ਦੇ ਚਾਰੇ ਪਾਸੇ 200 ਮੀਟਰ ਤੱਕ ਦੀ ਮੰਗ ਮੰਨੀ ਹੈ, ਪਰ ਫੌਜੀ ਇੱਥੇ ਸਿਗਰਟਾਂ ਸ਼ਰਾਬਾਂ ਪੀਂਦੇ ਹਨ। ਕੁਝ ਹੋਰ ਮੰਗਾਂ ਤੋਂ ਬਿਨਾਂ ਉਹਨਾਂ ਨੇ ਫੌਜੀ ਕਾਰਵਾਈ ਦੌਰਾਨ ਅਤੇ ਪਿੱਛੋਂ ਫੜੇ ਗਏ ਨਿਰਦੋਸ਼ ਸਿੱਖਾਂ ਅਤੇ ਸਾਰੇ ਅਕਾਲੀ ਲੀਡਰਾਂ ਦੀ ਰਿਹਾਈ ਦੀ ਮੰਗ ਕੀਤੀ ਤਾਂ ਜੋ ਪੰਜਾਬ ਦੇ ਹਾਲਾਤ ਨਾਰਮਲ ਹੋਣ ਲਈ ਸਹਾਈ ਹੋ ਸਕੇ। ਉਹਨਾਂ ਫੌਜੀ ਕਾਰਵਾਈ ਦੌਰਾਨ ਕੰਪਲੈਕਸ ਅੰਦਰ ਫੌਜ ਵੱਲੋਂ ਸ਼ਹੀਦ ਕੀਤੇ ਅਤੇ ਜ਼ਖਮੀ ਹੋਏ ਸਿੰਘਾਂ ਦੀ ਲਿਸਟ ਦੀ ਵੀ ਮੰਗ ਕੀਤੀ। ਕੌਮੀ ਸੁਰੱਖਿਆ ਐਕਟ ਵਿੱਚ ਆਰਡੀਨੈਂਸ ਰਾਹੀਂ ਕੱਲ ਜੋ ਸੋਧਾਂ ਕਰਕੇ ਸ਼ਿਕੰਜਾ ਹੋਰ ਮਜ਼ਬੂਤ ਕੀਤਾ ਗਿਆ ਸੀ, ਉਹ ਸਭ ਤੋਂ ਪਹਿਲਾਂ ਅੱਜ ਅਕਾਲੀ ਲੀਡਰਾਂ ਤੇ ਲਾਗੂ ਕੀਤਾ ਗਿਆ ਹੈ। ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ ਉਦੈਪੁਰ ਅਤੇ ਜੋਧਪੁਰ ਜੇਲ੍ਹ ਵਿੱਚੋਂ ਰਿਹਾ ਕਰਕੇ ਦੁਬਾਰਾ ਇਸ ਸੋਧੇ ਹੋਏ ਐਕਟ ਅਧੀਨ ਫਿਰ ਗ੍ਰਿਫਤਾਰ ਕਰ ਲਿਆ ਹੈ। ਅੰਮ੍ਰਿਤਸਰ ਪ੍ਰਸ਼ਾਸਨ ਨੇ ਅੱਜ ਇਥੋਂ ਕੇਂਦਰੀ ਜੇਲ੍ਹ ਚੋਂ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਕੁਝ ਕਰਮਚਾਰੀ ਰਿਹਾ ਕੀਤੇ ਹਨ। ਇਹਨਾਂ ਵਿੱਚ ਸਰਦਾਰ ਭਾਨ ਸਿੰਘ, ਸਰਦਾਰ ਅਬਿਨਾਸ਼ੀ ਸਿੰਘ, ਸਰਦਾਰ ਨਰਿੰਦਰ ਸਿੰਘ ਨੰਦਾ, ਗਿਆਨੀ ਜਰਨੈਲ ਸਿੰਘ ਜੀ ਦੇ ਸੰਬੰਧੀ ਸਰਦਾਰ ਸ਼ੇਰ ਸਿੰਘ,
ਨਿਹੰਗ ਗੁਰਦਿਆਲ ਸਿੰਘ ਅਤੇ ਸਰਦਾਰ ਗੋਬਿੰਦ ਸਿੰਘ ਲੌਂਗੋਵਾਲ ਵੀ ਸ਼ਾਮਲ ਹਨ। ਅੱਜ ਦੁਪਹਿਰ ਤੋਂ ਪਿੱਛੋਂ ਮੈਂ ਲੁਧਿਆਣੇ ਆਪਣੇ ਘਰ ਆਇਆ ਹਾਂ। ਕੱਲ ਟ੍ਰਿਬਿਊਨ ਸਭ ਆਫਿਸ ਵਿੱਚ ਬੈਠਾ ਮੈਂ ਜਦੋਂ ਆਪਣੇ ਕੰਮ ਵਿੱਚ ਰੁੱਝਾ ਹੋਇਆ ਸੀ, ਮੇਰੇ ਛੋਟੇ ਭਰਾ ਦਾ ਫੋਨ ਆਇਆ ਕਿ ਬੀਜੀ ਮਾਤਾ ਜੀ ਤੇਰਾ ਬੜਾ ਹੀ ਫਿਕਰ ਕਰਦੇ ਹਨ, ਛੇਤੀ ਆ ਕੇ ਮਿਲ ਜਾ। ਮੈਂ ਡਾਕ ਖੋਲ੍ਹਣ ਤੇ ਘਰ ਆਪਣੀ ਰਾਜੀ ਖੁਸ਼ੀ ਦਾ ਖਤ ਪਾ ਦਿੱਤਾ ਸੀ ਤੇ ਇੱਕ ਦਿਨ ਫੋਨ ਕੀਤਾ ਤਾਂ ਘਰ ਦਾ ਨੰਬਰ ਨਾ ਮਿਲਿਆ। ਆਪਣੇ ਵੱਡੇ ਵੀਰ ਸਰਦਾਰ ਮਹਿੰਦਰ ਸਿੰਘ ਦੇ ਸਹੁਰਿਆਂ ਦੇ ਘਰ ਫੋਨ ਕਰ ਦਿੱਤਾ ਸੀ ਕਿ ਮੈਂ ਰਾਜੀ ਖੁਸ਼ੀ ਹਾਂ, ਫਿਕਰ ਨਾ ਕਰਿਓ। ਉਹਨਾਂ ਸੁਨੇਹਾ ਅੱਗੇ ਦੇ ਦਿੱਤਾ ਸੀ, ਪਰ ਮਾਂ ਦਾ ਦਿਲ ਆਖਰ ਮਾਂ ਦਾ ਦਿਲ ਹੀ ਹੁੰਦਾ ਹੈ। ਆਪਣੇ ਭਰਾਵਾਂ ਵਿੱਚ ਮੈਂ ਸਭ ਤੋਂ ਵੱਧ ਮੁਸੀਬਤਾਂ ਵੇਖੀਆਂ ਹਨ ਅਤੇ ਆਪਣਾ ਕੈਰੀਅਰ ਬਣਾਉਣ ਲਈ ਬੜਾ ਸੰਘਰਸ਼ ਕੀਤਾ ਹੈ ਅਤੇ ਕਰ ਰਿਹਾ ਹਾਂ। ਇਸ ਕਾਰਨ ਬੀਜੀ ਮੇਰਾ ਫਿਕਰ ਬਹੁਤ ਕਰਦੇ ਹਨ। ਆਪਣੇ ਸਮਾਨ ਦਾ ਨੁਕਸਾਨ ਮੈਨੂੰ ਦੁੱਖ ਦੇ ਰਿਹਾ ਸੀ। ਮਾਸੂਮ ਲੋਕਾਂ ਦਾ ਕਤਲੇਆਮ, ਮੇਰੇ ਸਾਰੇ ਗੁਆਂਢੀਆਂ ਦਾ ਜੋ 15-20 ਸਾਲਾਂ ਤੋਂ ਇੱਥੇ ਰਹਿ ਰਹੇ ਸਨ ਅਤੇ ਉਹਨਾਂ ਦੇ ਸਾਰੇ ਪਰਿਵਾਰ ਦੀ ਜ਼ਿੰਦਗੀ ਦੀ ਕਮਾਈ ਫੌਜ ਨੇ ਲੁੱਟ ਲਈ। ਫੌਜੀ ਕਾਰਵਾਈ ਕਾਰਨ ਲਾਗਲੇ ਬਾਜ਼ਾਰਾਂ ਦਾ ਲੱਖਾਂ ਕਰੋੜਾਂ ਦਾ ਨੁਕਸਾਨ ਵੇਖ ਕੇ ਮੈਨੂੰ ਆਪਣਾ ਨੁਕਸਾਨ ਮਾਮੂਲੀ ਜਿਹਾ ਲੱਗਾ। ਮੈਂ ਇਹ ਸੋਚ ਕੇ ਹੀ ਵਾਹਿਗੁਰੂ ਦਾ ਸ਼ੁਕਰ ਕਰਦਾ ਹਾਂ ਕਿ ਜੇ ਮੈਨੂੰ ਆਪਣੇ ਸਾਥੀ ਪੱਤਰਕਾਰ ਸਰਦਾਰ ਗੁਰਦੀਪ ਸਿੰਘ ਅਤੇ ਗਿੱਲ ਦਾ ਫੋਨ ਨਾ ਆਉਂਦਾ ਤਾਂ ਮੇਰੀ ਮੌਤ ਯਕੀਨੀ ਸੀ। ਜਦੋਂ ਸਰਕਾਰ ਨੇ 29 ਸਤੰਬਰ ਨੂੰ ਫੌਜ ਕੱਢ ਕੇ ਕੰਪਲੈਕਸ ਸਿੰਘ ਸਾਹਿਬਾਨ ਦੇ ਹਵਾਲੇ ਕੀਤਾ ਤਾਂ ਮੈਂ ਸ੍ਰੀ ਦਰਬਾਰ ਸਾਹਿਬ ਹਰ ਕੀ ਪੌੜੀ ਵਿਖੇ 5 ਅਕਤੂਬਰ ਨੂੰ ਵਾਹਿਗੁਰੂ ਦੇ ਇਸ ਸ਼ੁਕਰਾਨੇ ਵਜੋਂ ਅਖੰਡ ਪਾਠ ਰਖਵਾਇਆ। ਵੈਸੇ ਇਸ ਸਮੇਂ ਤਾਂ ਸਾਰੀ ਸਿੱਖ ਕੌਮ ਦਾ ਨੁਕਸਾਨ ਹੋਇਆ ਹੈ ਅਤੇ ਹਰ ਦਿਲ ਜ਼ਖਮੀ ਹੈ, ਪੀੜਤ ਹੈ। ਆਪਣੇ ਘਰ ਪੁੱਜਾ, ਬੀਜੀ ਨੇ ਇੱਕ ਬੱਚੇ ਵਾਂਗ ਮੈਨੂੰ ਬੁੱਕਲ ਵਿੱਚ ਲੈ ਲਿਆ। ਬੱਚਿਆਂ ਵਾਂਗ ਹੀ ਮੇਰਾ ਆਪ ਮੁਹਾਰੇ ਰੋਣਾ ਨਿਕਲ ਗਿਆ। ਬੀਜੀ ਅਤੇ ਭਰਾਵਾਂ ਦੀਆਂ ਅੱਖਾਂ ਵੀ ਭਰ ਆਈਆਂ। ਉਹ ਮੈਨੂੰ ਦਿਲਾਸਾ ਦੇਣ ਲੱਗੇ, ਤੂੰ ਸਮਾਨ ਦਾ ਉੱਕਾ ਹੀ ਫਿਕਰ ਨਾ ਕਰ, ਘਰੋਂ ਜੋ ਕੁਝ ਵੀ ਚਾਹੇ ਲੈ ਜਾ, ਜਿਤਨੇ ਪੈਸੇ ਚਾਹੀਦੇ ਹਨ ਬਿਨਾਂ ਕਿਸੇ ਸੰਕੋਚ ਦੇ ਲੈ ਜਾ। ਤੂੰ ਖੁਦ ਹੀ ਵੇਖ ਲਿਆ ਹੈ ਕਿ ਕਈਆਂ ਦਾ ਕਿਤਨਾ ਨੁਕਸਾਨ ਹੋਇਆ ਹੈ, ਨਿਰਦੋਸ਼ ਲੋਕ ਮਾਰੇ ਗਏ ਹਨ। ਮੈਨੂੰ ਘਰ ਆਉਂਦੇ ਨੂੰ ਸਾਡੇ ਕਈ ਗੁਆਂਢੀਆਂ ਨੇ ਵੇਖ ਲਿਆ ਸੀ। ਉਹ ਕੁਝ ਸਮਾਂ ਪਿੱਛੋਂ ਫੌਜੀ ਹਮਲੇ ਬਾਰੇ ਬੜੀ ਉਤਸੁਕਤਾ ਨਾਲ ਜਾਣਕਾਰੀ ਲੈਣ ਆਏ। ਰਾਤ ਤੱਕ ਮੇਰੇ ਭਰਾਵਾਂ ਦੇ ਦੋਸਤ ਵੀ ਆਉਂਦੇ ਰਹੇ। ਸਰਕਾਰ ਵੱਲੋਂ ਇਸ ਜਾਬਰਾਨਾ ਫੌਜੀ ਕਾਰਵਾਈ ਕਾਰਨ ਸਾਰੇ ਬੜੇ ਹੀ ਦੁਖੀ ਸਨ। ਮੈਨੂੰ ਕਈਆਂ ਨੇ ਕਿਹਾ ਕਿ ਹੁਣ ਤੱਕ ਕਾਂਗਰਸ ਦੇ ਸਮਰਥਕ ਰਹੇ ਹਨ, ਪਰ ਹੁਣ ਉਹਨਾਂ ਨੇ ਸਹੁੰ ਖਾਧੀ ਹੈ ਕਿ ਕਦੀ ਕਾਂਗਰਸ ਵੱਲ ਮੂੰਹ ਵੀ ਨਹੀਂ ਕਰਨਗੇ। ਉਹ ਹੈਰਾਨ ਸਨ ਕਿ ਸਰਦਾਰ ਅਮਰਿੰਦਰ ਸਿੰਘ ਅਤੇ ਗਰਚੇ ਤੋਂ ਬਿਨਾਂ ਕਾਂਗਰਸੀ ਸਿੱਖ ਲੀਡਰਾਂ ਨੇ ਫੌਜੀ ਹਮਲੇ ਉੱਤੇ ਰੋਸ ਪ੍ਰਗਟ ਕਿਉਂ ਨਹੀਂ ਕੀਤਾ। ਮੈਂ ਉਹਨਾਂ ਨੂੰ ਸਰਦਾਰ ਗੁਰਚਰਨ ਸਿੰਘ ਟੌੜਾ ਦੀ ਇੱਕ ਗੱਲ ਸੁਣਾਈ। ਪੱਤਰਕਾਰਾਂ ਨਾਲ ਇੱਕ ਵਾਰੀ ਗੱਲਬਾਤ ਦੌਰਾਨ ਉਹਨਾਂ ਨੂੰ ਇੱਕ ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਐਵੇਂ ਸਿੱਖਾਂ ਨਾਲ ਵਿਤਕਰੇ ਅਤੇ ਜ਼ੁਲਮ ਦੀਆਂ ਗੱਲਾਂ ਕਰਦੇ ਰਹਿੰਦੇ ਹੋ। ਸਿੱਖ ਕੇਂਦਰ ਵਿੱਚ ਵਜ਼ੀਰ ਹਨ, ਚੰਗੇ ਰਾਜਸੀ ਅਹੁਦਿਆਂ ਤੇ ਰਹੇ ਹਨ ਅਤੇ ਇਸ ਸਮੇਂ ਵੀ ਹਨ। ਸਰਦਾਰ ਟੌੜਾ ਨੇ ਉੱਤਰ ਦਿੱਤਾ ਸੀ, ਮੁਗਲ ਰਾਜ ਸਮੇਂ ਇੱਕ ਹਿੰਦੂ ਰਾਜਪੂਤ ਰਾਜਾ ਮਾਨ ਸਿੰਘ ਪ੍ਰਧਾਨ ਮੰਤਰੀ ਸੀ, ਪਰ ਹਿੰਦੂਆਂ ਤੇ ਫਿਰ ਵੀ ਜ਼ੁਲਮ ਹੁੰਦਾ ਸੀ ਅਤੇ ਉਹਨਾਂ ਤੇ ਜਜ਼ੀਆ ਟੈਕਸ ਲੱਗਦਾ ਸੀ। ਮੈਂ ਉਹਨਾਂ ਨੂੰ ਕਿਹਾ ਕਿ ਇਹ ਉੱਚੇ ਅਹੁਦਿਆਂ ਤੇ ਬੈਠੇ ਸਿੱਖ ਰਾਜਾ ਮਾਨ ਸਿੰਘ ਦਾ ਰੋਲ ਅਦਾ ਕਰ ਰਹੇ ਹਨ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਇੱਕ ਅਣਖੀਲੇ ਹਿੰਦੂ ਰਾਜੇ ਮਹਾਰਾਣਾ ਪ੍ਰਤਾਪ ਵਾਂਗ ਹਨ, ਜਿਨ੍ਹਾਂ ਨੇ ਸਾਰੀ ਉਮਰ ਜੰਗਲਾਂ ਅਤੇ ਪਹਾੜਾਂ ਵਿੱਚ ਔਖੇ ਹੋ ਕੇ ਕੱਟ ਲਈ, ਪਰ ਦਿੱਲੀ ਦਰਬਾਰ ਦੀ ਈਨ ਨਹੀਂ ਮੰਨੀ ਸੀ। ਇੱਕ ਸਰਕਾਰੀ ਬੁਲਾਰੇ ਅਨੁਸਾਰ ਅੱਜ 17 ਦਹਿਸ਼ਤ ਪਸੰਦ ਪਕੜੇ ਗਏ। ਇੱਕ ਭਗੌੜਾ ਅਜੀਤ ਸਿੰਘ ਨਵਾਂ ਸ਼ਹਿਰ ਲਾਗੇ ਲਿੱਦੜ ਕਲਾਂ ਵਿਖੇ ਮਾਰਿਆ ਗਿਆ ਹੈ। ਅੱਜ ਜ਼ਿਲ੍ਹਾ ਰੋਪੜ ਤੋਂ 700 ਪੰਚਾਂ ਤੇ ਸਰਪੰਚਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਏ ਗਏ ਹਨ। ਡੈਰੀ ਦੇ ਪੰਨੇ ਹਰਬੀਰ ਸਿੰਘ ਭਵਰ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।